ਜਿਹੜਾ ਅੱਜ ਕੈਂਪ ਲੱਗਿਆ ਹੈ ਟੀਕਾਕਰਨ ਦਾ ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ, ਜਿਹਦਾ ਸਹਿਯੋਗ ਖੱਤਰੀ ਸਭਾ ਰੋਪੜ ਵੀ ਕਰ ਰਹੀ ਹੈ। ਬਹੁਤ ਹੀ ਅੱਛਾ ਕੈਂਪ ਹੈ, ਬਹੁਤ ਹੀ ਫਾਇਦੇਮੰਦ ਕੈਂਪ ਹੈ। ਇਹ ਪਹਿਲਾਂ ਵੀ ਲੱਗਦੇ ਨੇ, ਅੱਗੋਂ ਵੀ ਲਾਣੇ ਨੇ। ਜਿਹੜੀ ਮਹਾਮਾਰੀ ਇਸ ਟਾਈਮ ਸਾਰੀ ਦੁਨੀਆ 'ਚ ਫੈਲੀ ਹੋਈ ਹੈ, ਉਸ ਤੋਂ ਬਚਾਓ ਤੋਂ ਬਚਣ ਲਈ ਸਿਰਫ ਇੱਕ ਟੀਕਾਕਰਨ ਇੱਕ ਮਾਤਰ ਸਾਧਨ ਹੈਗਾ। ਔਰ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਟੀਕੇ ਲਵਾਉਣ, ਵੱਧ ਤੋਂ ਵੱਧ ਕੈਂਪ ਜਿੱਥੇ ਕੈਂਪ ਲੱਗਦੇ ਉਹਨਾਂ ਨੂੰ ਸਹਿਯੋਗ ਕਰਨ। ਉਹਦੇ ਨਾਲ ਹੀ ਮਾਸਕ ਦਾ ਵਰਤੋਂ ਕਰਨ, ਸੋਸ਼ਲ ਡਿਸਟੈਂਸਿੰਗ ਰੱਖਣ, ਹੱਥ ਧੋਣ, ਸੈਨੀਟੇਸ਼ਨ ਕਰਨ। ਜਿੰਨਾ ਵੱਧ ਤੋਂ ਵੱਧ ਬਚਾਅ ਕਰਦੇ ਘੱਟ ਤੋਂ ਘੱਟ ਨਿਕਲੋ ਘਰੋਂ, ਬਾਹਰ ਦਾ ਘੱਟ ਤੋਂ ਘੱਟ ਖਾਓ ਔਰ ਸਾਡੀ ਸੁਸਾਇਟੀ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ, ਸਾਡੀ ਮਦਦ ਕਰੋ। ਮੈਂ ਅੱਜ ਜੋ ਕੋਵਿਡ-19 ਦੇ ਕਰੋਨਾ ਟੀਕਾਕਰਨ ਦਾ ਕੈਂਪ, ਪੰਜਵਾਂ ਸਾਡਾ ਕੈਂਪ ਹੈ, ਰਾਮਾ ਮੰਦਰ ਰੋਪੜ ਦੇ ਸੀ ਕੈਂਪ ਸ਼ੁਰੂ ਹੋਇਆ। ਇਸ ਦਾ ਉਦਘਾਟਨ ਡਾਕਟਰ ਪਵਨ ਸ਼ਰਮਾ ਜੀ ਉਸ ਹੀ ਸਤੀਸ਼ ਵਾਹਿਦੀ ਐਡਵੋਕੇਟ ਸਾਹਿਬ ਨੇ ਸੰਯੁਕਤ ਤੌਰ 'ਤੇ ਕੀਤਾ। ਇਸ ਕੈਂਪ ਦੇ ਵਿੱਚ ਮੈਂ ਪਹਿਲਾਂ ਵੀ ਜਿਹੜਾ ਚੌਥੇ ਕੈਂਪ 'ਚ ਬੇਨਤੀ ਕਰ ਰਿਹਾ, ਮੇਰੀ ਇਸ ਚੈਨਲ ਦੇ ਰਾਹੀਂ ਜਿੱਥੇ ਤੱਕ ਆਵਾਜ਼ ਜਾ ਰਹੀ ਹੈ, ਜੋ 18 ਸਾਲ ਦੇ ਪਲੱਸ ਬੱਚੇ ਆ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਕਰੋਨਾ ਬੜੀ ਹੀ ਭਿਆਨਕ ਨਾਮਰਾਦ ਬਿਮਾਰੀ ਹੈ। ਇਸ ਦਾ ਜਿਹੜਾ ਹੱਲ ਸਰਕਾਰ ਦੇ ਵੱਲੋਂ ਇੱਕ ਟੀਕਾਕਰਨ ਹੀ ਕੱਢਿਆ ਗਿਆ, ਇਸ ਤੋਂ ਇਲਾਵਾ ਇਹਦਾ ਕੋਈ ਹੱਲ ਨਹੀਂ ਹੈ। ਤੀਜੀ ਲਹਿਰ ਹੈ ਉਹ ਬੜੀ ਜਲਦੀ ਪੰਜਾਬ 'ਚ ਐਂਟਰ ਹੋ ਰਹੀ ਹੈ। ਜੇ ਅਗਰ ਉਹ ਐਂਟਰ ਪੂਰੀ ਤਰ੍ਹਾਂ ਹੋ ਗਈ, ਉਸ ਦਾ ਸਾਡੀ ਸਰਕਾਰ ਕੋਲ ਵੀ ਕਿਸੇ ਕੋਲ ਕੋਈ ਹੱਲ ਨਹੀਂ ਨਿਕਲਣਾ। ਹੱਲ ਇਹੀ ਹੈ ਕਿ ਸਾਨੂੰ ਉਹਦੇ ਆਉਣ ਤੋਂ ਪਹਿਲਾਂ ਸਾਡੇ 2 ਡੋਜ਼ ਜਿਹੜੀਆਂ ਹੈਗੀਆਂ ਵੈਕਸੀਨ ਦੀਆਂ ਲੱਗ ਜਾਣੀਆਂ ਚਾਹੀਦੀਆਂ। ਸੋ ਮੇਰੀ ਤੁਹਾਡੇ ਚੈਨਲ ਸਾਈਂ ਜਿਸ ਤੱਕ ਮੇਰੀ ਆਵਾਜ਼ ਜਾਂਦੀ ਆ, ਮੈਂ 18 ਸਾਲ ਦੇ ਪਲੱਸ ਔਰ ਜਿਹੜੇ ਉੱਚੇ 45 ਦੇ ਅਬਵ ਹੈ, ਸਭ ਨੂੰ ਬੇਨਤੀ ਕਰੂੰਗਾ, ਆਓ ਟੀਕਾਕਰਨ ਦੇ ਵਿੱਚ ਯੋਗਦਾਨ ਪਾਓ, ਆਪਣੇ ਟੀਕਾ ਲਵਾਓ, ਆਪ ਸੁਰੱਖਿਅਤ ਰਹੋ, ਆਪਣੇ ਪਰਿਵਾਰ ਸੁਰੱਖਿਅਤ ਰਹੋ। ਇਹ ਅੱਜ ਵੈਕਸੀਨ ਇੱਥੇ ਮੰਦਰ ਦੇ ਵਿੱਚ ਲਗਾਈ ਜਾ ਰਹੀ ਹੈ। ਇਹ ਪਬਲਿਕ ਅਵੇਅਰਨੈਸ ਨੂੰ ਕ੍ਰੀਏਟ ਕਰਨ ਵਾਸਤੇ ਵੀ ਲਗਾਈ ਜਾ ਰਹੀ ਹੈ, ਤਾਂ ਕਿ ਲੋਕ ਜਾਗਰੂਕ ਹੋ ਜਾਣ ਵੀ ਇਹ ਵੈਕਸੀਨ ਦਾ ਬਹੁਤ ਹੀ ਅੱਛਾ ਅਸਰ ਹੈ। ਜੇ ਆਪਾਂ ਕਰੋਨਾ ਤੋਂ ਆਪਾਂ ਬਚਣਾ ਹੈ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਹਰੇਕ ਬੰਦੇ ਨੂੰ ਵੈਕਸੀਨੇਸ਼ਨ ਦਿੱਤੀ ਜਾਵੇ। ਅਤੇ ਇੱਕ ਮਾਤਰ ਇਹੀ ਰਹਿ ਜਾਂਦਾ ਸਾਡੇ ਕੋਲ, ਇੱਕ ਤਾਂ ਡਿਸਟੈਂਸਿੰਗ ਹੈਗੀ, ਇੱਕ ਮਾਸਕ ਦਾ ਲਾਉਣਾ ਅਤੇ ਆਪਣਾ ਕਰੋਨਾ ਵੈਕਸੀਨ ਲਗਵਾਉਣਾ। 3 ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ। ਇਹਦੇ ਨਾਲ ਜਿਹੜੀ ਪਬਲਿਕ ਅਵੇਅਰਨੈਸ ਵੀ ਹੋ ਰਹੀ ਹੈ ਅਤੇ ਪਬਲਿਕ ਇੱਥੇ ਖੁਦ ਬ ਖੁਦ ਆ ਰਹੀ ਹੈ। ਮੈਂ ਇਹ ਵੀ ਬੇਨਤੀ ਕਰਾਂਗਾ ਕਿ ਥੋੜ੍ਹੀ ਜਿਹੀ ਡਿਸਟੈਂਸਿੰਗ ਜ਼ਰੂਰ ਮੇਨਟੇਨ ਕੀਤੀ ਜਾਵੇ, ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ 2 ਗਜ਼ ਦੀ ਜਿਹੜੀ ਦੂਰੀ ਹੈ ਉਹ ਜ਼ਰੂਰੀ ਹੋ। ਇਹਦੇ ਨਾਲ ਜਦੋਂ ਅਸੀਂ ਵੈਕਸੀਨ ਲੱਗ ਜਾਂਦੀ ਹੈ, ਸਾਡੇ ਸਰੀਰ ਦੇ ਵਿੱਚ ਐਂਟੀਬਾਡੀਜ਼ ਬਣਨੀਆਂ ਸ਼ੁਰੂ ਹੋ ਜਾਂਦੀਆਂ, ਜਿਹੜੀਆਂ ਐਂਟੀਬਾਡੀਜ਼ ਕਰੋਨਾ ਦੇ ਵਾਇਰਸ ਨੂੰ ਕੰਬੈਟ ਕਰਦੀਆਂ, ਉਹਨਾਂ ਨੂੰ ਅੱਗੇ ਵਧਣ 'ਤੇ ਰੋਕਦੀਆਂ, ਕਰੋਨਾ ਹੋਣ ਤੋਂ ਰੋਕਦੀਆਂ। ਮੋਰਓਵਰ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਜਿਹੜੇ ਲੋਕਾਂ ਦੇ 2 ਵੈਕਸੀਨ ਲੱਗ ਜਾਂਦੀ ਹੈ, ਪਹਿਲਾਂ 1 ਡੋਜ਼ ਲੱਗਦੀ ਹੈ, ਦੂਜੀ ਫੇਰ ਲੱਗ ਜਾਂਦੀ ਹੈ, ਉਹਦੇ ਵਿੱਚ ਇਮਿਊਨਿਟੀ ਜ਼ਿਆਦਾ ਆ ਜਾਂਦੀ ਹੈ ਅਗੇਂਸਟ ਕਰੋਨਾ, ਤਾਂ ਉਹਨੂੰ ਬਹੁਤ ਜ਼ਿਆਦਾ ਸੀਰੀਅਸ ਸਟੇਜ ਦੇ ਵਿੱਚ ਨਹੀਂ ਜਾਣਾ ਪੈਂਦਾ। ਨਹੀਂ ਤਾਂ ਕੀ ਹੁੰਦਾ, ਅੱਜ ਕੱਲ੍ਹ ਜਿਹੜਾ ਨਵੇਂ ਸਟੇਜ ਚੱਲੀ ਹੈ, ਉਹਦੇ 'ਚ 2-3 ਦਿਨ ਦੇ ਵਿੱਚ ਜਿਹੜੇ ਕਾਫੀ ਲੋਕ ਸੀਰੀਅਸ ਹੋ ਜਾਂਦੇ ਹੈ ਅਤੇ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ, ਅਤੇ ਕਈਆਂ ਨੂੰ ਐਮਰਜੈਂਸੀ 'ਚ ਐਡਮਿਟ ਕਰਨ ਦੀ ਵੀ ਜ਼ਰੂਰਤ ਪੈਂਦੀ ਹੈ, ਕਈਆਂ ਨੂੰ ਵੈਂਟੀਲੇਟਰ 'ਤੇ ਜਾਣਾ ਵੀ ਜ਼ਰੂਰੀ ਪੈ ਜਾਂਦਾ। ਪਰ ਲੇਕਿਨ ਜੇਕਰ ਕਰੋਨਾ ਵੈਕਸੀਨ ਲੱਗੀ ਵੀ ਹੋਵੇ ਤਾਂ ਇੰਨੀ ਸੀਰੀਅਸਨੈਸ ਨਹੀਂ ਆਉਂਦੀ। ਲੋਕ ਜਿਹੜੇ ਹੈ ਇਸ ਆਸਾਨੀ ਦੇ ਨਾਲ ਕਰੋਨਾ ਵਾਇਰਸ ਤੋਂ ਬਾਹਰ ਨਿਕਲ ਜਾਂਦੇ। ਮੈਂ ਹੋਰ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਤੱਕ ਅੱਖਾਂ ਦਾ ਕੁਐਸਚਨ ਹੈ, ਮੈਂ ਇੱਕ ਅੱਖਾਂ ਦਾ ਡਾਕਟਰ ਹਾਂ, ਅਤੇ ਜਿੱਥੇ ਅੱਖਾਂ ਦਾ ਕੁਐਸਚਨ ਹੈ, ਇਹਦੇ ਵਿੱਚ ਕੀ ਹੈ, ਕਰੋਨਾ ਦੇ ਵਿੱਚ ਅੱਜ ਕੱਲ੍ਹ ਬਲੈਕ ਫੰਗਸ ਆ ਗਈ ਸੀ। ਜਿਹੜੀ ਬਲੈਕ ਫੰਗਸ ਜਿਹੜੀ ਹੈ ਉਹ ਜਾਨਲੇਵਾ ਹੈ। ਕਰੋਨਾ ਇੰਨਾ ਜਾਨਲੇਵਾ ਨਹੀਂ ਹੈ ਜਿੰਨੀ ਕਿ ਬਲੈਕ ਫੰਗਸ ਜਾਨਲੇਵਾ ਹੈ। ਅੱਖ ਦੇ ਵਿੱਚ ਦਰਦ ਹੋਣਾ, ਅੱਖ ਦੇ ਵਿੱਚ ਲਗਾਤਾਰ ਪੇਨ ਹੋਣਾ, ਅੱਖ ਦੇ ਪਿੱਛੇ ਸਾਈਨਸ ਹੁੰਦਾ, ਉਹਦੀ ਸਵੈਲਿੰਗ ਹੋ ਜਾਂਦੀ ਹੈ, ਅਤੇ ਉਹਦੇ ਬਾਅਦ ਕੀ ਹੁੰਦਾ, ਸਾਈਨਸ ਦੇ ਥਰੂ ਇਹ ਜਿਹੜੀ ਕਰੋਨਾ ਵਾਇਰਸ ਹੈ ਇਹ ਬ੍ਰੇਨ ਦੇ ਵਿੱਚ ਚਲੇ ਜਾਂਦਾ। ਬ੍ਰੇਨ 'ਚ ਜਾ ਕੇ ਫਿਰ ਇਹ ਜਾਨ ਨੂੰ ਖਤਰਾ ਬਣ ਜਾਂਦਾ ਹੈ। ਜੇਕਰ ਇੱਕ ਵਾਰੀ ਇਹ ਫੰਗਸ, ਬਲੈਕ ਫੰਗਸ ਜਿਹੜੀ ਹੈ ਆਪਣਾ ਸਾਈਨਸ ਦੇ ਥਰੂ ਬ੍ਰੇਨ 'ਚ ਚਲੇ ਜਾਵੇ, ਤਾਂ ਉਸ ਟਾਈਮ ਕੀ ਹੁੰਦਾ ਹੈ, ਇਹ ਬ੍ਰੇਨ ਦੇ ਵਿੱਚ ਜਿਹੜੀ ਇਨਫੈਕਸ਼ਨ ਹੈ ਫੰਗਸ ਦੀ, ਇਹ ਜਾਨਲੇਵਾ ਹੋ ਜਾਂਦੀ ਹੈ। ਇਹਦਾ ਕੋਈ ਬਹੁਤਾ ਇਲਾਜ ਨਹੀਂ ਰਹਿੰਦਾ। ਇਸ ਕਰਕੇ ਵੈਕਸੀਨੇਸ਼ਨ ਦਾ ਮਹੱਤਵ ਇਹ ਹੈ ਕਿ ਵੈਕਸੀਨੇਸ਼ਨ ਜ਼ਰੂਰ ਲਗਵਾਈ ਜਾਵੇ, ਤਾਂ ਕਿ ਆਪਾਂ ਕਰੋਨਾ ਅਤੇ ਉਹਦੀਆਂ ਕੰਪਲੀਕੇਸ਼ਨਸ ਜਿਹੜੀਆਂ ਕਰੋਨਾ ਦੀਆਂ, ਜਿਹੜੀ ਮੈਂ ਹੁਣੇ ਦੱਸੀ ਬਲੈਕ ਫੰਗਸ ਤੋਂ ਵੀ ਆਪਾਂ ਬਚ ਸਕੀਏ। ਇਹੀ ਇੱਕ ਮਾਤਰ ਸਾਡੇ ਕੋਲ ਚਾਰਾ ਹੈਗਾ। ਡਿਸਟੈਂਸਿੰਗ ਫਿਰ ਦੁਬਾਰਾ ਰਿਪੀਟ ਕਰੂੰਗਾ, ਮਾਸਕ ਵੀਅਰਿੰਗ, ਮਾਸਕ ਦਾ ਲਗਾਉਣਾ ਬਹੁਤ ਜ਼ਰੂਰੀ ਹੈ। ਤੀਜਾ ਵੈਕਸੀਨੇਸ਼ਨ ਜ਼ਰੂਰੀ ਹੈ। ਅੱਜ
ਜਿਹੜੀ ਇਹ ਏਕਨੂਰ ਚੈਰੀਟੇਬਲ ਸੁਸਾਇਟੀ ਰੋਪੜ ਵੱਲੋਂ, ਜਿਹਦੇ ਪ੍ਰਧਾਨ ਜੀ ਸਾਡੇ ਚਰਨਜੀਤ ਸਿੰਘ ਰੂਬੀ ਨੇ, ਇਹ ਬਹੁਤ ਹੀ ਅੱਛਾ ਕੰਮ, ਬਹੁਤ ਸਮਾਜ ਸੇਵੀ ਕੰਮ ਕਰ ਰਹੇ ਔਰ ਕਾਫੀ ਦੇਰ ਤੋਂ ਇਹ ਲੱਗੇ ਹੋਏ ਨੇ। ਇਹਨਾਂ ਦੇ ਅਸੀਂ ਕੁਝ ਇੱਕ ਅੱਖਾਂ ਦੇ ਕੈਂਪ ਵੀ ਲਗਾਏ ਸੀ, ਬਹੁਤ ਹੀ ਸਕਸੈਸਫੁਲ ਕੈਂਪ ਇਹਨਾਂ ਨੇ ਲਗਵਾਏ ਪਹਿਲਾਂ, ਤੇ ਹੁਣ ਇਹ ਜਿਹੜਾ ਦੂਸਰਾ ਕੰਮ ਇਹਨਾਂ ਨੇ ਵੈਕਸੀਨੇਸ਼ਨ ਦਾ ਸ਼ੁਰੂ ਕੀਤਾ ਹੈ, ਤੇ ਬਹੁਤ ਹੀ ਮਾਨਵਤਾ ਦੀ ਮੈਂ ਸਮਝਦਾ ਬਿਨਾਂ ਦੀ ਪ੍ਰਧਾਨਗੀ ਹੇਠ ਬਹੁਤ ਹੀ ਅੱਛਾ ਮਾਨਵਤਾ ਦਾ ਕੰਮ, ਮਾਨਵਤਾ ਦੇ ਕਲਿਆਣ ਦਾ ਕੰਮ ਹੋ ਰਿਹਾ। ਲੋਕ ਜਿਹੜੇ ਕਹਿੰਦੇ ਆ ਵੈਕਸੀਨੇਸ਼ਨ ਤੇ ਇਹ ਹੋ ਜਾਏਗਾ, ਉਹ ਹੋ ਜਾਏਗਾ, ਬੈਡ ਇਫੈਕਟ ਹੋ ਜਾਣਗੇ ਜਾਂ ਇਹਦੇ ਜਾਨ ਜਾਏਗੀ, ਇਹ ਸਾਰਾ ਇੱਕ ਮਿੱਥ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਰੋੜਾਂ ਬੰਦਿਆਂ ਨੂੰ ਵੈਕਸੀਨ ਲੱਗ ਚੁੱਕੀ ਹੈ, ਕਰੋੜਾਂ ਬੰਦੇ ਸੇਵ ਹੋ ਚੁੱਕੇ ਨੇ ਕਰੋਨਾ ਤੋਂ। ਇਹ ਇੱਕ ਮਾਤਰ ਸਾਡੇ ਕੋਲ ਇਹੀ ਇੱਕ ਚਾਰਾ ਹੈਗਾ ਕਿ ਜੇ ਵੈਕਸੀਨ ਲੱਗੀ ਵੀ ਹੋਵੇ ਤਾਂ ਕਰੋਨਾ ਤੇ ਅਸੀਂ